हम ना सकत कर सिफत तुम्हारी, आप लिहो तुम कथा सुधारी। दोहरा अब तुरकन की वार्ता, कछुक सुनहो बुधवान, करे खोट सतगुरन सो याते करो बखान। वाहिगुरु जी का खालसा, वाहिगुरु जी की फतेह। गुरु रूप साध संगत जी, संध्या ਦੇ ਦੀਵਾਨ ਗੁਰੂ ਦੀ ਹਜ਼ੂਰੀ 'ਚ ਸਜੇ ਹਨ। ਆਪ ਜੀ ਨੇ ਅੰਮ੍ਰਿਤਮਈ ਗੁਰੂ ਦੀ ਬਾਣੀ ਦੇ ਪਾਠ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਆਪਣੀਆਂ ਮਨ ਬਿਰਤੀਆਂ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ 'ਚ ਜੋੜ ਲਈਏ। ਸਤਿਗੁਰੂ ਜੀ ਦੀ ਪਾਵਨ ਕਥਾ ਸਰਵਣ ਕਰੀਏ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੇ ਸਮੇਂ ਮੁਗਲਾਂ ਨਾਲ ਗੁਰੂ ਘਰ ਦਾ ਜੋ ਵਿਗਾੜ ਪਿਆ ਹੈ, ਇਹ 10ਵੇਂ ਪਾਤਸ਼ਾਹ ਤੱਕ ਚੱਲਦਾ ਹੀ ਆਇਆ ਹੈ। ਇਹਦਾ ਮੁੱਢ ਤਾਂ ਵੈਸੇ ਬਹੁਤ ਪਹਿਲਾਂ 6ਵੇਂ ਪਾਤਸ਼ਾਹ ਦੇ ਸਮੇਂ ਜੰਗਾਂ ਯੁੱਧਾਂ ਤੋਂ ਬਚ ਗਿਆ ਸੀ, ਪਰ ਫਿਰ ਬਾਅਦ ਸ਼ਾਹਜਹਾਨ ਬਾਦਸ਼ਾਹ ਨੂੰ ਸਮਝ ਆਈ ਆਪਣੀ ਗਲਤੀ ਦਾ, ਉਸਨੇ ਪਛਤਾਤਾਪ ਕੀਤਾ, ਗੁਰੂ ਸਾਹਿਬ ਤੋਂ ਮਦਦ ਮੰਗੀ, ਆਪਣੇ ਪੁੱਤਰ ਦਾਰਾ ਸ਼ਿਕੋਹ ਦੀ ਜਾਨ ਵੀ ਬਚਵਾਈ। ਉਹ ਕਥਾ ਆਪਾਂ ਸੁਣ ਚੁੱਕੇ ਹਾਂ। ਪਰ ਔਰੰਗਜ਼ੇਬ ਜੋ ਬਾਦਸ਼ਾਹ ਸ਼ਾਹਜਹਾਨ ਦਾ ਪੁੱਤਰ ਸੀ, ਇਹਨੇ ਹਿੰਦੁਸਤਾਨ ਦੇ ਤਖਤ 'ਤੇ ਧੋਖੇ ਨਾਲ ਕਬਜ਼ਾ ਕਿਵੇਂ ਕੀਤਾ ਤੇ ਗੁਰੂ ਘਰ ਦੇ ਨਾਲ ਦੁਸ਼ਮਣੀ ਸ਼ੁਰੂ ਕੀਤੀ, ਇਹ ਹੁਣ ਕਥਾ ਸ਼ੁਰੂ ਹੋ ਰਹੀ ਹੈ। ਲਗਭਗ 5-6 ਦਿਨ ਲਗਾਤਾਰ ਇਹ ਕਥਾ ਚੱਲਣੀ ਹੈ, ਕਿਉਂਕਿ ਜਿੰਨਾ ਚਿਰ ਕਿਸੇ ਚੀਜ਼ ਦਾ ਮੁੱਢ ਨਾ ਪਤਾ ਹੋਵੇ ਵੀ ਕਾਰਨ ਕੀ ਬਣੇ ਸਨ, ਕਾਰਨ ਤੋਂ ਬਿਨਾਂ ਕਾਰਜ ਨਹੀਂ ਹੁੰਦਾ। ਕਾਰਨ ਦਾ ਪਤਾ ਲੱਗੇ ਤਾਂ ਗੱਲ ਸਾਰੀ ਕਲੀਅਰ ਹੁੰਦੀ ਹੈ। ਹੁਣ ਗੁਰੂ ਸਾਹਿਬਾਂ ਬਾਰੇ ਆਪਾਂ ਇਹ ਤਾਂ ਜਾਣਦੇ ਹਾਂ ਵੀ ਉਹਨਾਂ ਮੁਗਲਾਂ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ, 9ਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ, ਗੁਰੂ ਕਲਗੀਧਰ ਜੀ ਨੂੰ 14 ਜੰਗਾਂ ਉਹਨਾਂ ਮੁਗਲਾਂ ਦੇ ਨਾਲ ਲੜਨੀਆਂ ਪਈਆਂ। ਪਰੰਤੂ ਇਹਦਾ ਜੋ ਕਾਰਨ ਮੁੱਢ ਬੱਝਾ ਸੀ, ਉਹ 7ਵੇਂ ਪਾਤਸ਼ਾਹ ਦੇ ਸਮੇਂ ਬੱਝਾ ਸੀ ਤੇ ਗੁਰੂ ਘਰ ਦੀ ਸੱਚ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜ਼ਾਲਮ ਸਰਕਾਰਾਂ ਨੇ ਕਿੰਨੀਆਂ ਕੁ ਹਨੇਰੀਆਂ ਲਿਆਂਦੀਆਂ, ਕਿੰਨੇ ਕੁ ਤੂਫਾਨ ਛੱਡੇ। ਉਹ ਕਥਾ ਆਪਾਂ ਸਾਰੀ ਅੱਗੇ ਹੁਣ ਸਰਵਣ ਕਰਾਂਗੇ। ਆਓ ਪ੍ਰੇਮ ਨਾਲ 7ਵੇਂ ਪਾਤਸ਼ਾਹ ਦੇ ਚਰਨਾਂ 'ਚ ਧਿਆਨ ਧਰ ਕੇ ਕਥਾ ਦਾ ਆਨੰਦ ਮਾਣੀਏ। ਸਾਰੀ ਸੰਗਤ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਬ ਤੁਰਕਨ ਕੀ ਵਾਰਤਾ। ਹੁਣ ਤੁਰਕਾਂ ਦੀ, ਮੁਗਲਾਂ ਦੀ ਕੁਝ ਕਥਾ ਹੈ ਜਿਹੜੀ ਜ਼ਰੂਰੀ ਸਮਝਣੀ ਚਾਹੀਦੀ ਹੈ। ਕਛੁਕ ਸੁਨਹੁ ਬੁੱਧਵਾਨ। ਇਹ ਬੁੱਧੀਮਾਨ ਖਾਲਸਾ ਜੀ, ਥੋੜੀ ਜੀ ਸੰਖੇਪ ਵਿੱਚ ਜਿੰਨੀ ਕੁ ਸਾਡੇ ਇਤਿਹਾਸ ਨਾਲ ਸੰਬੰਧ ਰੱਖਦੀ ਹੈ ਉਨੀ ਕੁ ਕਥਾ ਜ਼ਰੂਰ ਸੁਣ ਲਓ। ਕਰੇ ਖੋਟ ਸਤਗੁਰਨ ਸੋ। ਗੁਰੂ ਸਾਹਿਬ ਜੀ ਦੇ ਘਰ ਨਾਲ ਔਰੰਗਜ਼ੇਬ ਨੇ ਜਿਹੜੀਆਂ ਖੁਟਿਆਈਆਂ ਕੀਤੀਆਂ ਨੇ, ਚਾਲਾਂ ਚੱਲੀਆਂ ਨੇ, ਉਹਨਾਂ ਦਾ ਮੁੱਢ ਕਿੱਥੋਂ ਬੱਝਾ ਸੀ, ਇਹ ਕਥਾ ਹੁਣ ਆਪ ਜੀ ਸੁਣੋ। ਜਾਂ ਤੇ ਕਰੋ ਬਖਾਨ। ਕਿਉਂਕਿ ਉਹਨਾਂ ਮੁਗਲਾਂ ਨੇ, ਤੁਰਕਾਂ ਨੇ, ਬਾਦਸ਼ਾਹ ਔਰੰਗਜ਼ੇਬ ਅਤੇ ਉਸ ਦੀ ਲੌਬੀ ਨੇ ਜਿਹੜੇ ਜ਼ੁਲਮ ਕੀਤੇ ਹਨ, ਉਹਦਾ ਆਰੰਭ ਇੱਥੋਂ ਹੁੰਦਾ 7ਵੇਂ ਪਾਤਸ਼ਾਹ ਦੇ ਸਮੇਂ ਤੋਂ। ਇਸ ਕਰਕੇ ਬਖਿਆਨ ਕਰਦੇ ਹਾਂ, ਪਿਆਰ ਨਾਲ ਸੁਣੋ ਸਾਰੀ ਸੰਗਤ। ਬਿਨਾ ਕਹੇ ਸੋ ਪ੍ਰਸੰਗ ਕੋ। ਬਿਨਾ ਕਹੇ ਜੇ ਸਾਰੀ ਗੱਲ ਨਾ ਦਸੀਏ, ਸਾਰਾ ਬਚਨ ਸਾਰਾ ਪਿਛੋਕੜ ਨਾ ਸਮਝਾਈਏ, ਸੁਣਤੇ ਸੰਸਾ ਹੋਏ, ਤੇ ਅੱਧੀ ਕਥਾ ਸੁਣ ਕੇ ਸੰਸਾ ਪੈ ਜਾਂਦਾ, ਡਾਊਟ ਹੋ ਜਾਂਦਾ, ਜਿਵੇਂ ਅੱਜ ਕੱਲ੍ਹ ਸਾਧ ਸੰਗਤ ਜੀ ਸਾਡੇ ਸਿੱਖਾਂ ਦਾ ਹਾਲ ਹੋ ਗਿਆ ਹੈ। ਅੱਧੀ ਪਚੱਧੀ ਗੱਲ ਸੁਣਨੀ ਤੇ ਫਟਾਫਟ ਭੜਕ ਪੈਣਾ, ਕੋਈ ਵਿਚਾਰ ਨਹੀਂ, ਕੋਈ ਸਮਝ ਨਹੀਂ, ਨਾ ਕਿਸੇ ਕੋਲੋਂ ਸੁਣਨਾ ਹੈ ਨਾ ਪੜ੍ਹਨਾ ਹੈ। ਪੜ੍ਹਾਈ ਦੇ ਨਾਂ ਤੋਂ ਤਾਂ ਇੰਨਾ ਡਰਦੇ ਆ ਸਿੱਖ ਵੀ ਜਿਵੇਂ ਕਾਂ ਗੁਲੇਲ ਤੋਂ ਡਰਦਾ ਹੈ। ਨਾ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਆ, ਨਾ 10ਵੇਂ ਪਾਤਸ਼ਾਹ ਦੀ ਬਾਣੀ, ਨਾ ਇਤਿਹਾਸ, ਪਰ ਗੱਲਾਂ ਐਡੀਆਂ ਛੱਡਦੇ ਆ, ਪਹਾੜ ਹੀ ਸੁੱਟ ਦਿੰਦੇ ਲਿਆ ਕੇ। ਸੱਚੇ ਪਾਤਸ਼ਾਹ ਹੀ ਬਚਾਵੇ, ਆਪਣੇ ਹੀ ਗ੍ਰੰਥਾਂ ਨੂੰ ਸਾੜਨ 'ਤੇ ਲੱਗੇ ਹੋਏ ਆ, ਖਤਮ ਕਰਨ 'ਤੇ ਲੱਗੇ ਹੋਏ ਆ। ਜਦੋਂ ਸਾਧ ਸੰਗਤ ਜੀ ਕੋਈ ਕੌਮ ਗ੍ਰੰਥਾਂ ਦੀ ਔਰ ਵਿਦਵਾਨਾਂ ਦੀ ਦੁਸ਼ਮਣ ਬਣ ਜਾਵੇ, ਫਿਰ ਉਸ ਕੌਮ ਦਾ ਬਹੁਤਾ ਚਿਰ ਸੁਖਾਲਾ ਰਹਿਣਾ ਸੌਖਾ ਨਹੀਂ ਹੁੰਦਾ, ਔਖਾ ਹੋ ਜਾਂਦਾ। ਬਾਕੀ ਇਹ ਪੰਥ ਗੁਰੂ ਸਾਹਿਬ ਜੀ ਦਾ ਹੈ, ਸਤਿਗੁਰੂ ਜੀ ਨੇ ਆਪ ਕਿਰਪਾ ਕਰਨੀ ਹੈ, ਇਹਦੇ ਵਾਲੀ ਵਾਰਸ ਬਣਨਾ ਹੈ।
ਪਰ ਜੋ ਅਸੀਂ ਕਰ ਰਹੇ ਹਾਂ ਇਸ ਪੰਥ ਨੂੰ ਖਤਮ ਕਰਨ ਲਈ ਸਾਡੇ ਵੱਲੋਂ ਕੋਈ ਕਸਰ ਨਹੀਂ। ਦੂਜਿਆਂ ਤੇ ਅਸੀਂ ਕੀ ਦੋਸ਼ ਦਈਏ? ਅਸੀਂ ਆਪ ਹੀ ਆਪਣੇ ਇਤਿਹਾਸ ਤੋਂ, ਆਪਣੀ ਬਾਣੀ ਤੋਂ, ਆਪਣੇ ਗੁਰੂ ਦੇ ਉਪਦੇਸ਼ਾਂ ਤੋਂ ਮੁਨੱਕਰ ਹੁੰਦੇ ਜਾ ਰਹੇ ਹਾਂ, ਨਾਸਤਕ ਹੁੰਦੇ ਜਾ ਰਹੇ ਹਾਂ। ਸੱਚੇ ਪਾਤਸ਼ਾਹ ਜੀ ਦੀ ਇਹ ਕਥਾ ਭਾਈ ਪੂਰੀ ਸੁਣੋਗੇ ਤਾਂ ਸਮਝ ਆਵੇਗੀ, ਤੁਸੀਂ ਕਿਸੇ ਦੂਜੇ ਨੂੰ ਵੀ ਸਮਝਾ ਸਕੋਗੇ। ਤੇ ਜੇ ਤੁਹਾਨੂੰ ਆਪ ਹੀ ਨਹੀਂ ਪਤਾ ਤੇ ਤੁਸੀਂ ਦੂਜੇ ਨੂੰ ਕੀ ਸਮਝਾਓਗੇ? ਇਸ ਤਰ੍ਹਾਂ ਸਤਿਗੁਰੂ ਜੀ ਦਾ ਜੋ ਇਤਿਹਾਸ ਹੈ ਉਹਦਾ ਮੁੱਢ 10ਵੇਂ ਪਾਤਸ਼ਾਹ ਤੱਕ ਜੋ ਕਥਾ ਚੱਲੀ ਹੈ ਉਹਦਾ ਮੁੱਢ ਹੋਣ ਵੱਜਾ ਹੈ। ਜਾਂ ਤੇ ਸੁਣੀਏ ਬਤੀਜੇ ਮੈਂ, ਸੋ ਜੋ ਬੀਤੀ ਹੈ ਉਹ ਸੁਣੋ। ਔਰੰਗਜ਼ੇਬ ਦੇ ਨਾਲ ਕਿਵੇਂ ਵਿਗਾੜ ਪੈਂਦਾ ਹੈ। ਗੁਰ ਸੋਭਾ ਤੁਤ ਸੋਏ, ਜੋ ਗੁਰੂ ਸਾਹਿਬ ਜੀ ਦੀ ਸੋਭਾ ਵਡਿਆਈ ਉਹਦੇ 'ਚ ਪ੍ਰਗਟ ਹੋਈ ਹੈ। ਕਿਉਂਕਿ ਸੂਰਜ ਤੇ ਸਦਾ ਸੂਰਜ ਹੀ ਰਹਿਣਾ, ਸੋਨੇ ਨੇ ਸੋਨਾ ਰਹਿਣਾ, ਮਿੱਟੀ ਨੇ ਮਿੱਟੀ। ਗੁਰੂ ਸਾਹਿਬ ਜੀ ਦੀ ਸੋਭਾ ਥੋੜ੍ਹਾ ਘੱਟ ਚੱਲੀ ਹੈ। ਜੇ ਔਰੰਗਜ਼ੇਬ ਨੇ ਜ਼ੁਲਮ ਕੀਤੇ ਹਨ ਤਾਂ ਗੁਰੂ ਘਰ ਦੀ ਮਹਿਮਾ ਵਧੀ ਹੈ, ਘਟੀ ਤਾਂ ਨਹੀਂ। ਘਟਾਉਣ ਦੀ ਉਹਨੇ ਕੋਸ਼ਿਸ਼ ਕੀਤੀ ਬੜੀ। ਔਰੰਗਜ਼ੇਬ ਨੇ ਕੋਈ ਕਸਰ ਨਹੀਂ ਛੱਡੀ ਗੁਰੂ ਘਰ ਦੀ ਮਹਿਮਾ ਘਟਾਉਣ ਲਈ। ਪਰ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਚਾਹੁੰਦਾ, ਚੜ੍ਹੈ ਸਵਾਇਆ ਨਿਤ ਨਿਤ ਰੰਗਾ, ਘਟੈ ਨਾਹੀ ਤੋਲੀ ਜਾਹੇ। ਗੁਰਬਾਣੀ ਦਾ, ਗੁਰੂ ਪੰਥ ਦਾ ਵਾਧਾ ਹੀ ਹੁੰਦਾ ਗਿਆ। ਹਾਂਜੀ। ਸ਼ਾਹ ਜਹਾਂ ਤੁਰ ਕੇਸ਼ ਕੇ, ਬਾਦਸ਼ਾਹ ਸ਼ਾਹਜਹਾਨ ਜਿਹੜਾ ਮੁਗਲਿਆ ਖਾਨਦਾਨ ਦਾ 5ਵਾਂ ਬਾਦਸ਼ਾਹ ਹੋਇਆ ਹੈ, ਸਤ ਉਪਜਤ ਪੇਚਾਰ, ਉਹਦੇ 4 ਪੁੱਤਰ ਪੈਦਾ ਹੋਏ ਸਨ। ਕਰਤ ਰਾਜ ਸਭ ਦੇਸ਼ ਕੋ, ਔਰ ਸ਼ਾਹਜਹਾਨ ਸਾਰੇ ਦੇਸ਼ ਤੇ ਰਾਜ ਕਰਦਾ ਸੀ ਔਰ ਬੜਾ ਹੰਕਾਰੀ ਬਾਦਸ਼ਾਹ ਸੀ। 4 ਵਾਰੀ ਤਾਂ ਇਹਨੇ 6ਵੇਂ ਪਾਤਸ਼ਾਹ ਨਾਲ ਜੰਗਾਂ ਲੜੀਆਂ ਸਨ। ਬਦਿਓ ਸਮਾਜ ਉਦਾਰ, ਤੇ ਇਹਦੇ ਕੋਲ ਪ੍ਰਤਾਪ ਬੜਾ ਸੀ, ਰਾਜਪਾਤ ਵੱਧ ਗਿਆ ਸੀ ਇਹਨਾਂ ਦਾ। ਬਾਬਰ ਤੋਂ ਸ਼ੁਰੂ ਹੋਇਆ ਕੰਮ, ਅਕਬਰ ਦੇ ਸਮੇਂ ਬਹੁਤ ਜ਼ਿਆਦਾ ਵੱਧ ਗਿਆ, ਜਹਾਂਗੀਰ ਦੇ ਸਮੇਂ ਹੋਰ ਵਧਿਆ, ਤੇ ਸ਼ਾਹਜਹਾਨ ਦੇ ਸਮੇਂ ਤਾਂ ਸਾਰੇ ਹਿੰਦੁਸਤਾਨ ਦੇ 22 ਸੂਬਿਆਂ ਤੇ ਇਹਨਾਂ ਦਾ ਕਬਜ਼ਾ ਹੋ ਗਿਆ। ਚੌਪਈ ਚੱਕਰਵਰਤ ਇਮਰਾਜ ਭਇਓ ਹੈ, ਇਹ ਚੱਕਰਵਰਤੀ ਰਾਜੇ ਬਾਦਸ਼ਾਹ ਬਣ ਗਏ। 4 ਚੱਕ ਇਹ ਹੁਕਮ ਥਿਓ ਹੈ, ਉੱਤਰ ਦੱਖਣ ਪੂਰਬ ਪੱਛਮ, ਕਿਤੇ ਬੰਗਲਾਦੇਸ਼ ਤੋਂ ਲੈ ਕੇ ਕਾਬਲ ਤੱਕ ਇਹਨਾਂ ਦਾ ਹੁਕਮ ਚੱਲਣ ਲੱਗ ਪਿਆ ਮੁਗਲਾਂ ਦਾ। ਜਹ ਤਹ ਦੇਸ਼ਨ ਵਿਖੇ ਅਸ਼ੇਸ਼, ਸਾਰੇ ਦੇਸ਼ਾਂ ਵਿਦੇਸ਼ਾਂ, ਜੰਮੂ ਕਸ਼ਮੀਰ ਤੋਂ ਲੈ ਕੇ ਤੇ ਦੱਖਣ ਤੱਕ, ਪੂਰਬ ਬੰਗਲਾਦੇਸ਼ ਤੋਂ ਲੈ ਕੇ ਕਾਬਲ ਪੱਛਮ ਤੱਕ, 4 ਚੱਕਾਂ ਵਿੱਚ ਰਾਜ ਮੁਗਲਾਂ ਦਾ ਹੋ ਗਿਆ। ਦੋਹੀ ਸੁਨਤੇ ਤਰਾਸ ਵਿਸ਼ੇਖ, ਇਹਨਾਂ ਦੀ ਦੁਹਾਈ ਫਿਰਦੀ ਸੀ ਮੁਗਲੀਆਂ ਦੀ। ਮੁਗਲਿਆ ਖਾਨਦਾਨ ਦਾ ਬੋਲ ਬਾਲਾ ਸੀ, ਸਾਰੇ ਡਰਦੇ ਸੀਗੇ। ਕੋਈ ਵੀ ਹਿੰਦੂ ਰਾਜਾ, ਮੁਸਲਮਾਨ ਨਵਾਬ, ਕੋਈ ਪਠਾਨ, ਕੋਈ ਵੀ ਅੱਗੇ ਅੜਿਆ ਨਹੀਂ। ਜਿਹੜਾ ਵੀ ਵੇਖਿਆ ਉਹਨੂੰ ਢਾਹ ਲਿਆ, ਈਨ ਮਨਾ ਲਈ ਇਹਨਾਂ ਨੇ। ਜਿਤੇ ਨਿਰਪਤ ਸਭ ਆਗਿਆਕਾਰੀ, ਜਿੰਨੇ ਹਿੰਦੂ ਰਾਜੇ ਸੀ ਉਹ ਵੀ ਹੁਣ ਇਹਨਾਂ ਦੀ ਆਗਿਆਕਾਰੀ ਹੋ ਗਏ, ਇਹਨਾਂ ਦੇ ਕਹਿਣੇ ਵਿੱਚ ਚੱਲਣ ਲੱਗ ਪਏ। ਹੱਥ ਜੋੜ ਹੋਏ ਖਰੇ ਅਗਾਰੀ, ਮੁਗਲਿਆ ਬਾਦਸ਼ਾਹ ਦੇ ਦਰਬਾਰ 'ਚ ਹਿੰਦੂ ਰਾਜੇ ਹੱਥ ਜੋੜ ਕੇ ਖੜੇ ਰਹਿੰਦੇ ਸਨ। ਜਿੰਨਾ ਚਿਰ ਬਾਦਸ਼ਾਹ ਕਵੇ ਉਹਨਾਂ ਚਿਰ ਖੜੇ ਹੀ ਰਹਿਣਾ। ਬਹਿਣ ਦੀ ਵੀ ਆਗਿਆ ਕੋਈ ਨਹੀਂ ਸੀ ਹਿੰਦੂਆਂ ਨੂੰ। ਰਾਜਪੂਤਨ ਤਨ ਜਾ ਕੇ ਡੋਰੇ, ਇੱਥੋਂ ਤੱਕ ਵੀ ਸਭ ਤੋਂ ਜਿਹੜੇ ਆਪਣੇ ਆਪ ਨੂੰ ਅਣਖੀ ਕਹਾਉਂਦੇ ਸੀ, ਰਾਜਸਥਾਨ ਦੇ ਰਾਜਪੂਤ ਹਿੰਦੂ ਰਾਜੇ, ਉਹਨਾਂ ਨੇ ਵੀ ਆਪਣੀ ਅਣਖ ਮੁਗਲੀਆਂ ਅੱਗੇ ਵੇਚ ਦਿੱਤੀ। ਮੁਗਲਿਆ ਖਾਨਦਾਨ ਦੇ ਵਿੱਚ ਆਪਣੀਆਂ ਲੜਕੀਆਂ ਦੇ ਡੋਲੇ ਦਿੱਤੇ। ਸੁਨ ਸੁੰਦਰ ਲੇਵਤ ਕਰ ਜੋਰੇ, ਜਿਸ ਰਾਜੇ ਦੀ ਲੜਕੀ ਸੁੰਦਰ ਹੁੰਦੀ ਸੀ ਜ਼ੋਰ ਨਾਲ ਜ਼ਬਰਦਸਤੀ ਮੰਗ ਲੈਂਦੇ ਸੀ, ਕਹਿੰਦੇ ਇਹਦੇ ਨਾਲ ਵਿਆਹ ਕਰਾਉਣਾ ਹੈ। ਜ਼ਬਰਦਸਤੀ ਲੈ ਆਉਂਦੇ, ਫੌਜਾਂ ਲੈ ਕੇ ਚਲੇ ਜਾਂਦੇ ਸੀ ਮੁਗਲ। ਤੇ ਅੱਗੋਂ ਫਿਰ ਅਗਲੇ ਰਾਜੇ ਵਿਚਾਰੇ ਡਰਦੇ ਮਾਰੇ ਆਪਣੀਆਂ ਧੀਆਂ ਦੇ ਡੋਲੇ ਇਹਨਾਂ ਮੁਗਲਾਂ ਨੂੰ ਦਿੰਦੇ ਸਨ। ਹਿੰਦਵਾਇਨ ਕੋ ਮਹਾਕਲੰਕ, ਇਹ ਹਿੰਦੂ ਧਰਮ ਦੇ ਉੱਤੇ ਉਸ ਵੇਲੇ ਬੜਾ ਵੱਡਾ ਕਲੰਕ ਲੱਗਾ ਸੀ ਜਦੋਂ ਸ਼ਾਹਜਹਾਨ ਤੇ ਔਰੰਗਜ਼ੇਬ ਦਾ ਸਮਾਂ ਸੀਗਾ। ਵੈਸੇ ਤਾਂ ਪਹਿਲਾਂ ਤੋਂ ਹੀ ਜਦੋਂ ਦੇ ਆਏ ਨੇ ਮੁਗਲ, ਹਿੰਦੁਸਤਾਨ ਦੇ ਵਿੱਚ ਜ਼ੁਲਮ ਕਰਦੇ ਰਹੇ, ਜ਼ਬਰਦਸਤੀ ਧੱਕਾ ਇਹਨਾਂ ਦਾ ਕੰਮ ਸੀਗਾ। ਪਰ ਹਿੰਦੂਆਂ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜਾ ਜ਼ੁਲਮ ਹੋਇਆ ਉਹ ਔਰੰਗਜ਼ੇਬ ਦੇ ਸਮੇਂ ਹੋਇਆ। ਹਿੰਦੂਆਇਨ ਕੋ ਮਹਾਕਲੰਕ, ਹਿੰਦੂ ਧਰਮ ਦੇ ਉੱਤੇ ਕਲੰਕ ਲੱਗ ਗਿਆ। ਸਾਧ ਸੰਗਤ ਜੀ, ਜਿਹੜੇ ਕਹਿੰਦੇ ਨੇ ਨਾ ਅੱਜ ਕੱਲ੍ਹ, ਕਹਿੰਦੇ ਸੂਰਜ ਪ੍ਰਕਾਸ਼ ਤੇ ਹਿੰਦੂਆਂ ਨੇ ਲਿਖਿਆ ਹੈ, ਉਹਨਾਂ ਨੂੰ ਪੁੱਛੋ ਵੀ ਕੋਈ ਹਿੰਦੂ ਆਪਣੇ ਉੱਤੇ ਲੱਗੇ ਕਲੰਕ ਦੀ ਕਥਾ ਲਿਖ ਸਕਦਾ?
ਕੋਈ ਬ੍ਰਾਹਮਣ ਲਿਖੇਗਾ ਇੱਦਾਂ ਵੀ ਸਾਡੇ ਹਿੰਦੂਆਂ ਦੀ ਇਹ ਹਾਲਤ ਹੋਈ ਹੈ, ਹਿੰਦੂ ਹੁਣ ਕਿਉਂ ਨਹੀਂ ਬੋਲਦੇ? ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਸਾਡੇ ਉੱਤੇ ਅਸੀਂ ਇੱਦਾਂ ਗੁਜ਼ਾਰਾ ਕੀਤਾ ਸੀ ਉਸ ਵੇਲੇ। ਉਦੋਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਘਰ 'ਚੋਂ ਹੀ ਸੱਚ ਦੀ ਆਵਾਜ਼ ਬੁਲੰਦ ਹੋਈ, ਬਾਕੀ ਤਾਂ ਛੁਪ ਗਏ। ਪਰ ਅਫਸੋਸ ਹੈ ਉਹਨਾਂ ਸਿੱਖਾਂ ਤੋਂ ਜਿਹੜੇ ਸੂਰਜ ਪ੍ਰਕਾਸ਼ ਦੇ ਉੱਤੇ ਆਪ ਹੀ ਸ਼ੰਕਾ ਕਰਨ ਲੱਗ ਪਏ, ਕਹਿੰਦੇ ਜੀ ਇਹ ਤਾਂ ਬ੍ਰਾਹਮਣਾਂ ਦਾ ਲਿਖਿਆ ਹੋਇਆ। ਅਸਲ ਵਿੱਚ ਬ੍ਰਾਹਮਣ ਹੀ ਕਰਾ ਰਹੇ ਹੈ ਸਾਡੇ ਗ੍ਰੰਥਾਂ ਦੀ ਨਿੰਦਾ। ਕਿਵੇਂ ਕਿ ਖਾਲਸਾ ਜੀ ਬ੍ਰਾਹਮਣ ਇਹ ਸਮਝਦੇ ਆ ਵੀ ਜਿਹੜੇ ਸਾਡੇ ਗ੍ਰੰਥ ਨੇ ਉਹ ਰਹਿਣੇ ਚਾਹੀਦੇ ਆ, ਦੂਜੇ ਕਿਸੇ ਕੌਮ ਦੇ ਗ੍ਰੰਥ ਰਹਿਣੇ ਨਹੀਂ ਚਾਹੀਦੇ। ਸਿੱਖਾਂ ਦੇ ਗ੍ਰੰਥ ਖਤਮ ਹੋਣੇ ਚਾਹੀਦੇ ਆ। ਜੇ ਸਿੱਖਾਂ ਦੇ ਗ੍ਰੰਥ ਰਹਿਣਗੇ, ਗੁਰੂ ਦੀ ਕਥਾ ਕਰਦੇ ਰਹਿਣਗੇ, ਸਿੱਖ ਜਿਉਂਦੇ ਰਹਿਣਗੇ। ਤੇ ਜੇ ਗੁਰੂਆਂ ਦਾ ਇਤਿਹਾਸ ਭੁੱਲ ਜਾਣਗੇ ਤੇ ਖਤਮ ਹੋ ਜਾਣਗੇ। ਕਿਉਂਕਿ ਇਹਨਾਂ ਹਿੰਦੂਆਂ ਦੇ ਜਿਹੜੇ ਪੁਰਾਣੇ ਕਿੱਸੇ ਹਨ ਉਹ ਵੀ ਸਾਡੇ ਗ੍ਰੰਥਾਂ ਵਿੱਚ ਲਿਖੇ ਹੋਏ ਹਨ। ਆਹ ਦੇਖ ਲਓ ਹੁਣ ਕੀ ਹਾਲਤ ਸੀ ਹਿੰਦੂ ਧਰਮ ਦੀ ਉਸ ਵੇਲੇ। ਸੁਣ ਲਓ, ਕਹਿੰਦੇ ਹਿੰਦੂ ਆਇਨ ਕੋ ਮਹਾਂ ਕਲੰਕ, ਬੜਾ ਵੱਡਾ ਕਲੰਕ ਲੱਗਾ ਹੋਇਆ ਸੀ ਕਿ ਉਹਨਾਂ ਦੀਆਂ ਧੀਆਂ ਭੈਣਾਂ ਦੇ ਡੋਲੇ ਜ਼ਬਰਦਸਤੀ ਮੁਗਲਿਆ ਖਾਨਦਾਨ ਵਿੱਚ ਵਿਆਹੇ ਜਾਂਦੇ ਸਨ, ਲੈ ਕੇ ਆਉਂਦੇ ਸਨ। ਜਥਾ ਅੰਕ ਲੱਗਿਓ ਸੋਮਿਆਂਕ, ਜਿਵੇਂ ਚੰਦਰਮਾ ਦੇ ਉੱਤੇ ਕਲੰਕ ਲੱਗਾ ਹੋਇਆ ਨਾ ਦਿਸਦਾ ਹੈ, ਉਹ ਸਮਾਂ ਹਿੰਦੂ ਧਰਮ ਉੱਤੇ ਕਲੰਕ ਸੀਗਾ ਵੀ ਹਿੰਦੂ ਰਾਜੇ ਛਤਰੀ ਹੋ ਕੇ, ਸੂਰਬੀਰ ਹੋ ਕੇ ਵੀ ਗੋਡੇ ਟੇਕ ਗਏ ਸਨ ਮੁਗਲਾਂ ਦੇ ਅੱਗੇ। ਜਿਨ ਤੇ ਭਇਓ ਉਪਾਏ ਨ ਕੋਏ, ਔਰ ਕੋਈ ਉਪਾਅ ਨਹੀਂ ਹੋਇਆ, ਕੋਈ ਉਸ ਬਿਮਾਰੀ ਦਾ ਇਹਨਾਂ ਕੋਲੋਂ ਹੱਲ ਵੀ ਨਹੀਂ ਹੋਇਆ। ਜੇ ਗੁਰੂ ਤੇਗ ਬਹਾਦਰ ਸਾਹਿਬ ਇਹਨਾਂ ਦੀ ਬਾਂਹ ਨਾ ਫੜਦੇ ਤੇ ਹੁਣ ਤੱਕ ਵੀ ਇਹੀ ਹਾਲ ਰਹਿਣਾ ਸੀਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਤੱਕ ਇਹ ਹਾਲ ਰਹਿਣਾ ਸੀ। ਇਹਦੇ 9ਵੇਂ ਪਾਤਸ਼ਾਹ ਜੀ ਮਹਾਰਾਜ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਉਹਨਾਂ ਨੇ ਬਾਂਹ ਫੜੀ, ਇਹਨਾਂ ਦੀ ਸੀਸ ਦਿੱਤਾ ਤੇ 10ਵੇਂ ਪਾਤਸ਼ਾਹ ਮਹਾਰਾਜ ਨੇ ਫਿਰ ਖੰਡਾ ਚੁੱਕਿਆ, ਖਾਲਸਾ ਸਾਜਿਆ, ਖੰਡੇ ਦੀ ਧਾਰ ਤੋਂ ਅੰਮ੍ਰਿਤ ਛਕਾਇਆ। ਸੂਰਮੇ ਬਹਾਦਰ ਯੋਧੇ ਜੰਗੀ ਫੌਜਾਂ ਬਣਾਈਆਂ। ਉਹਨਾਂ ਨੇ ਇਹਨਾਂ ਦੀ ਨੱਕ 'ਚ ਦਮ ਕੀਤਾ, ਫਿਰ ਮੁਗਲਾਂ ਦੀ ਤੇ ਪਠਾਣਾਂ ਦੀ ਧੌਣ ਭੰਨੀ। ਨਹੀਂ ਤਾਂ ਖਾਲਸਾ ਜੀ ਇਹ ਤਾਂ ਜ਼ੁਲਮ ਕਰਨੋਂ ਹਟਦੇ ਹੀ ਨਹੀਂ ਸਨ। ਸੋ ਲਿਖਿਆ ਹੈ ਵੀ ਬਾਦਸ਼ਾਹ ਔਰੰਗਜ਼ੇਬ ਦੇ ਸਮੇਂ ਬੜੇ ਜ਼ੁਲਮ ਹੋਏ, ਬੜੇ ਕਲੰਕ ਲੱਗੇ ਹਨ। ਧੀਰ ਸੂਰਤਾ ਸ਼ੋਰ ਖਲੋਏ, ਉਸ ਵੇਲੇ ਹਿੰਦੂਆਂ ਨੇ ਆਪਣੀ ਧੀਰਜ ਵੀ ਛੱਡ ਦਿੱਤੀ। ਉਸ ਵੇਲੇ ਹਿੰਦੂਆਂ ਨੇ ਆਪਣੀ ਸੂਰਬੀਰਤਾ ਵੀ ਛੱਡ ਦਿੱਤੀ। ਇਹ ਕਥਾ ਸਾਧ ਸੰਗਤ ਜੀ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ, ਜਿਨ੍ਹਾਂ ਨੂੰ ਅੱਜ ਕੱਲ੍ਹ ਦੇ ਸਿੱਖ ਕਹਿੰਦੇ ਉਹ ਬ੍ਰਾਹਮਣ ਸੀਗਾ। ਭਾਈ ਸੰਤੋਖ ਸਿੰਘ ਦੇ ਇਲਜ਼ਾਮ ਆਹ ਲਾਉਂਦੇ ਆ, ਜਿਹੜਾ ਨਵਾਂ ਚ ਜੰਮਿਆ ਟੋਲਾ ਹੈ ਨਾ ਸਾਡੇ ਵਿੱਚ ਇੱਕ, ਉਹ ਕਹਿੰਦੇ ਤੇ ਬ੍ਰਾਹਮਣਾਂ ਦਾ ਗ੍ਰੰਥ ਹੈ। ਉਹਨੇ ਕਿਹਾ ਸੀ ਭਾਈ ਬ੍ਰਾਹਮਣਾਂ ਦਾ ਛੱਡ ਦਿੰਦੇ ਹਾਂ, ਤੁਸੀਂ ਸਾਨੂੰ ਆਪਣਾ ਲਿਆ ਦਿਓ, ਅਸੀਂ ਉਹਦੀ ਕਥਾ ਕਰ ਲੈਂਦੇ ਹਾਂ। ਪਰ ਗੱਲ ਕੋਈ ਆਉਂਦੀ ਨਹੀਂ, ਨਿੰਦਾ ਹੀ ਕਰਨੀ। ਖਾਲਸਾ ਜੀ ਗੁਰੂ ਦਾ ਇਤਿਹਾਸ ਹੀ ਛੱਡੀ ਜਾਓਗੇ ਫਿਰ ਰਹਿ ਕੀ ਜਾਏਗਾ? ਕਿਹਦੀ ਕਥਾ ਕਰੋਗੇ? ਕਿੱਥੋਂ ਇਤਿਹਾਸ ਦੱਸੋਗੇ? ਤੇ ਇਹ ਬ੍ਰਾਹਮਣਾਂ ਦਾ ਗ੍ਰੰਥ ਨਹੀਂ। ਬ੍ਰਾਹਮਣ ਨਹੀਂ ਕੋਈ ਲਿਖਦਾ ਇੱਦਾਂ ਵੀ ਸਾਡੀਆਂ ਧੀਆਂ ਭੈਣਾਂ ਚੁੱਕ ਕੇ ਲੈ ਜਾਂਦੇ ਸੀ ਮੁਗਲ। ਇਹ ਭਾਈ ਸੰਤੋਖ ਸਿੰਘ ਜੀ ਲਿਖ ਰਹੇ, ਸੱਚਾਈ ਦੱਸ ਰਹੇ ਆ। ਹਾਂਜੀ, ਤੁਰਕ ਅਧੀਨ ਹੋਏ ਕਰ ਸਾਰੇ, ਕਹਿੰਦੇ ਤੁਰਕ ਜਿਹੜੇ ਹਨ ਉਹ ਸਾਰੇ ਹਿੰਦੂਆਂ ਨੂੰ ਆਪਣੇ ਅਧੀਨ ਰੱਖਣਾ ਚਾਹੁੰਦੇ ਸਨ, ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਸਨ। ਆਏ ਛਪਰ ਜਬ ਲੇਤ ਹਕਾਰੇ, ਜਦੋਂ ਆਵਾਜ਼ ਮਾਰਦੇ ਸੀ ਨਾ ਮੁਗਲ ਬਾਦਸ਼ਾਹ ਤੇ ਹਿੰਦੂ ਰਾਜੇ ਭੱਜੇ ਭੱਜੇ ਆਉਂਦੇ ਸੀ। ਕੀ ਹੁਕਮ ਹੈ ਮਹਾਰਾਜ? ਬਾਦਸ਼ਾਹ ਸ਼ਹਿਨਸ਼ਾਹ ਜਾਂ ਆਪਣਾ ਦੱਸੋ ਕੀ ਹੁਕਮ ਹੈ? ਜਦੋਂ ਬੁਲਾਉਂਦਾ ਸੀ ਬਾਦਸ਼ਾਹ ਉਦੋਂ ਹਿੰਦੂ ਰਾਜੇ ਭੱਜ ਕੇ ਬਾਦਸ਼ਾਹ ਦੀ ਕਚਹਿਰੀ 'ਚ ਹਾਜ਼ਰ ਹੋ ਜਾਂਦੇ ਸਨ। ਜਹਾਂ ਪਠਾਵਹਿ ਤਹ ਚਲ ਜਾਹੀ, ਤੇ ਜਿੱਥੇ ਬਾਦਸ਼ਾਹ ਭੇਜਦਾ ਸੀ ਭੱਜੇ ਭੱਜੇ ਉਧਰ ਜਾਂਦੇ ਸੀ। ਜੀ ਹਜ਼ੂਰੀਏ ਗੁਲਾਮ ਇੰਨੇ ਜ਼ਿਆਦਾ ਹੋ ਗਏ ਸਨ ਮੁਗਲਾਂ ਦੇ ਵੀ ਜੋ ਮੁਗਲ ਕਹਿੰਦੇ ਰਾਤ ਨੂੰ ਵੀ ਦਿਨ, ਤੇ ਇਹਨਾਂ ਨੇ ਕਹਿਣਾ ਹਾਂਜੀ ਦਿਨ ਹੀ ਹੈ। ਜੇ ਦਿਨ ਨੂੰ ਕਹਿਣਾ ਰਾਤ ਹੈ, ਇਹਨੇ ਕਹਿਣਾ ਹਾਂਜੀ ਰਾਤ ਹੀ ਹੈ। ਇੱਦਾਂ ਉਹਨਾਂ ਦੇ ਗੁਲਾਮ ਬਣ ਚੁੱਕੇ ਸਨ। ਸ਼ਕਤਹੀਨ ਹੋਏ ਰਹਿ ਅਗਵਾਹੀ, ਕਹਿੰਦੇ ਸ਼ਕਤੀ ਤੋਂ ਹੀਣ ਹੋ ਗਏ ਸਨ। ਉਹਨਾਂ ਦੇ ਗੁਲਾਮ ਅੱਗੇ ਹੱਥ ਜੋੜ ਕੇ ਖੜੇ ਰਹਿੰਦੇ ਸਨ। ਜਿਹੜੇ ਆਪਣੀਆਂ ਧੀਆਂ ਦੇ ਡੋਲੇ ਦਿੰਦਿਆਂ ਨਹੀਂ ਸੀ ਸੰਗਦੇ, ਉਹਨਾਂ ਦੇ ਬਾਕੀ ਦੱਸੋ ਕੀ ਸਾਹ ਸੱਤ ਰਹਿ ਗਿਆ ਹੋਣਾ ਉਹਨਾਂ ਵਿੱਚ। ਹਾਂਜੀ, ਕਿਸ ਪਰ ਕਿਮ ਜੇ ਰਿਸ ਹੋਏ ਜਾਏ, ਕਹਿੰਦੇ ਜੇ ਬਾਦਸ਼ਾਹ ਕਿਸੇ ਤੇ ਗੁੱਸੇ ਹੋ ਜਾਵੇ, ਬਿਕਟ ਮਹਿਮ ਪਠ ਹੈ ਮਰਵਾਏ, ਫੌਜਾਂ ਭੇਜ ਦਿੰਦਾ ਸੀ, ਬੜੀਆਂ ਫੌਜਾਂ ਭੇਜ ਦਿੰਦਾ ਸੀ ਤੇ ਉਹਨੂੰ ਮਰਵਾ ਦਿੰਦਾ ਸੀ। ਕਈ ਵਾਰੀ ਤਾਂ ਬਾਦਸ਼ਾਹ ਹਿੰਦੂ ਰਾਜਿਆਂ ਕੋਲੋਂ ਹਿੰਦੂ ਰਾਜੇ ਮਰਵਾ ਦਿੰਦਾ ਸੀ।
ਇੱਕ ਹਿੰਦੂ ਰਾਜੇ ਨੂੰ ਥਾਪੀ ਦੇ ਦੇਣੀ, ਜਾ ਉਹਨੂੰ ਮਾਰ ਕੇ ਆ। ਤੇ ਉਸ ਨੇ ਇੰਨਾ ਨਹੀਂ ਸੋਚਣਾ ਵੀ ਮੈਂ ਆਪਣੇ ਭਰਾ ਨੂੰ ਮਾਰਨ ਲੱਗਾ। ਮੁਗਲਾਂ ਦੀ ਖੁਸ਼ਾਮਦ ਕਰਨ ਲਈ ਹਿੰਦੂ ਰਾਜੇ ਹਿੰਦੂ ਰਾਜਿਆਂ ਦਾ ਹੀ ਕਤਲ ਕਰ ਦਿੰਦੇ ਸੀਗੇ। ਹਾਂਜੀ, ਤਨਕ ਹੁਕਮ ਜੋ ਮੋਰਨ ਕਰਹੀ। ਜੇ ਕੋਈ ਮਾੜਾ ਜਿਹਾ ਵੀ ਹੁਕਮ ਮੋੜ ਦੇਵੇ, ਤਨਕ ਮਾਤਰ ਵੀ, ਥੋੜਾ ਜਿਹਾ ਵੀ ਕਹੇ ਵੀ ਮੈਂ ਇਹ ਕੰਮ ਨਹੀਂ ਕਰਨਾ, ਜਾਂ ਕੋਈ ਆਨਾਕਾਨੀ ਕਰਦਾ ਸੀ, ਦਰਹਿ ਕਰਹਿ ਆਪਣੇ ਅਨੁਸਾਰ ਹੀ। ਬਾਦਸ਼ਾਹ ਆਪਣੀਆਂ ਮੁਹਿੰਮਾਂ ਭੇਜ ਕੇ ਉਹਨੂੰ ਆਪਣੇ ਕਾਬੂ ਕਰ ਲੈਂਦਾ ਸੀ, ਉਹਦਾ ਰਾਜ ਖੋਹ ਲੈਂਦੇ ਸੀ, ਉਹਨੂੰ ਸਜ਼ਾ ਦਿੰਦੇ ਸੀ, 5-5 7-7 ਸਾਲ ਜੇਲ੍ਹਾਂ 'ਚ ਸੁੱਟ ਦੇਣਾ। ਜੇਲ੍ਹਾਂ ਵੀ ਅੱਜ ਵਰਗੀਆਂ ਨਹੀਂ ਸੀਗੀਆਂ, ਨਰਕ ਵਰਗੀਆਂ ਜੇਲ੍ਹਾਂ ਸੀਗੀਆਂ, ਜਿੱਥੇ 5-5 7 ਸਾਲ ਬੇੜੀਆਂ 'ਚ ਵੱਜੇ ਰਹਿਣਾ, 10-10 ਸਾਲ 20-20 ਸਾਲ ਜੇਲ੍ਹਾਂ 'ਚ ਹੀ ਰਹਿਣਾ। ਕੌਣ ਰਿਸਕ ਲਵੇ? ਉਹ ਕਹਿੰਦੇ ਜਿਵੇਂ ਕਹਿੰਦੇ ਕਰੀ ਚੱਲੋ, ਆਪਣੀ ਜਾਨ ਸੁਖੀ ਰਹੇਗੀ। ਆਪਣੀ ਜਾਨ ਸੁਖੀ ਰੱਖਣ ਵਾਸਤੇ ਗੁਲਾਮ ਰਾਜੇ, ਹਿੰਦੂ ਰਾਜੇ ਮੁਗਲਾਂ ਦੀ ਖੁਸ਼ਾਮਦ ਕਰਦੇ ਸਨ, ਉਹਨਾਂ ਦਾ ਹੁਕਮ ਮੰਨਦੇ ਸਨ। ਕੋਸ਼ਿਸ਼ ਜ਼ਹਿਰ ਅਜ਼ਾਹਰ ਲਾਏ। ਜੇ ਕੋਈ ਹਿੰਦੂ ਰਾਜਾ ਕਹਿਣਾ ਨਾ ਮੰਨੇ ਤੇ ਉਹਨੂੰ ਮਾਰਨਾ ਹੋਵੇ, ਕੀ ਕਰਦੇ ਸੀ? ਦਰਬਾਰ 'ਚ ਸੱਦ ਕੇ ਉਹਨੂੰ ਕਹਿੰਦੇ ਸੀ ਇਹਨੂੰ ਸਰੋਪਾ ਦੇ ਦਿਓ, ਖਿਲਤ ਪਵਾ ਦਿਓ, ਸਿਰ ਤੇ ਪੱਗ, ਗਲ ਵਿੱਚ ਕਮੀਜ਼, ਲੰਮਾ ਚੌੜਾ ਖਿਲਤਾ। ਉਸ ਪੁਸ਼ਾਕੇ ਦੇ ਅੰਦਰ ਜ਼ਹਿਰ ਲਾਇਆ ਹੁੰਦਾ ਸੀ। ਜਦੋਂ ਉਹ ਜ਼ਹਿਰ ਵਾਲੀ ਪੁਸ਼ਾਕ ਪਾਉਂਦਾ ਸੀ ਉਹ ਮਰ ਜਾਂਦਾ ਸੀ। ਤੇ ਕਹਿੰਦੇ ਸੀ ਅਸੀਂ ਤਾਂ ਜੀ ਇਹਨੂੰ ਸਰੋਪਾ ਦਿੱਤਾ ਸੀ, ਮਾਰੇ ਆਪੇ ਹੀ ਗਿਆ। ਦੇਖੋ ਕਿੱਡੀ ਚਾਲ ਚੱਲਦੇ ਸੀ ਮੁਗਲ, ਵੀ ਜਿਹਨੂੰ ਮਾਰਨਾ ਹੁੰਦਾ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਵੀ ਗਵਾਲੀਅਰ ਦੇ ਕਿਲੇ ਵਿੱਚ ਇਹਨਾਂ ਨੇ, ਚੰਦੂ ਨੇ ਜ਼ਹਿਰ ਵਾਲੀ ਪੁਸ਼ਾਕ ਭੇਜੀ ਸੀ ਵੀ ਗੁਰੂ ਸਾਹਿਬ ਦੇ ਲਈ ਪੁਸ਼ਾਕ ਆਈ ਹੈ, ਮਹਾਰਾਜ ਪਾਉਣਗੇ, ਜ਼ਹਿਰ ਚੜੇਗਾ, ਚੜ੍ਹਾਈ ਕਰ ਜਾਣਗੇ। ਪਰ ਉਹਦਾ ਜਾਣੀ ਜਾਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਹੜਾ ਹਰਦਾਸ ਦਰੋਗਾ ਸੀਗਾ, ਉਹਨੇ ਕਿਹਾ ਮਹਾਰਾਜ ਇਹ ਪੁਸ਼ਾਕ ਜਿਹੜੀ ਹੈ ਇਹ ਦੁਸ਼ਟਾਂ ਨੇ ਭੇਜੀ। ਮਹਾਰਾਜ ਕਹਿੰਦੇ ਸਾਨੂੰ ਪਤਾ ਹੈ ਇਹਨਾਂ ਦੇ ਮਨ 'ਚ ਖੋਟ ਹੈ, ਮਰਨਾ ਇਹਨਾਂ ਨੇ ਹੀ ਹੈ, ਕਹਿੰਦੇ ਸਾਡਾ ਨਹੀਂ ਕੁਛ ਵਿਗੜਦਾ। ਸਤਿਗੁਰੂ ਜੀ ਨੇ ਉਹ ਪੁਸ਼ਾਕ ਨਹੀਂ ਸੀ ਪਾਈ ਜਿਹੜੀ ਇਹਨਾਂ ਦੁਸ਼ਟਾਂ ਨੇ ਭੇਜੀ ਸੀ, ਪਰ ਜਿਹਨੂੰ ਮਾਰਨਾ ਹੁੰਦਾ ਸੀ ਉਹਨੂੰ ਜ਼ਰੀਲੇ ਕੱਪੜੇ ਪਵਾ ਦਿੰਦੇ ਸਨ। ਹਾਂਜੀ, ਰਿਸ ਕਰ ਕਿਸ ਕਹ ਦੇ ਪਹਿਰਾਏ। ਫਿਰ ਜਿਹਨੂੰ ਸਰੋਪਾ ਦੇ ਨੂੰ ਪਾਉਣਾ ਵੀ ਪੈਂਦਾ ਸੀ, ਜੇ ਨਾ ਪਾਵੇ ਤੇ ਉਹਨੂੰ ਕਹਿੰਦੇ ਸੀ ਤੂੰ ਸਾਡਾ ਹੁਕਮ ਨਹੀਂ ਮੰਨਦਾ, ਜ਼ਬਰਦਸਤੀ ਪਵਾ ਦਿੰਦੇ ਸੀ। ਜਿਹਨੂੰ ਜ਼ਬਰਦਸਤੀ ਜ਼ਰੀਲੀ ਪੁਸ਼ਾਕ ਪਵਾਈ, ਲੋਕਾਂ ਨੇ ਤਾਂ ਕਹਿਣਾ ਵੀ ਇਹਦਾ ਤੇ ਬੜੀ ਇੱਜ਼ਤ ਹੈ ਜੀ, ਬੜਾ ਇਹਦਾ ਸਤਿਕਾਰ ਹੈ, ਇਹਨੂੰ ਸਰੋਪਾ ਮਿਲਿਆ। ਪਰ ਸਰੋਪੇ 'ਚ ਲੱਗਾ ਹੁੰਦਾ ਸੀ ਜ਼ਹਿਰ, ਜ਼ਹਿਰ ਦੇ ਨਾਲ ਬੰਦਾ ਫੜਕ ਜਾਂਦਾ ਸੀ। ਪਿੱਛੋਂ ਕਹਿੰਦੇ ਦੇਖੋ ਅਸੀਂ ਤਾਂ ਇਹਦੀ ਇੰਨੀ ਇੱਜ਼ਤ ਕਰਦੇ ਸੀ, ਇਹ ਮਰ ਗਿਆ। ਇੱਦਾਂ ਆਪਣੇ ਦੇ ਦੋਸ਼ ਵੀ ਨਹੀਂ ਸੀ ਆਉਣ ਦਿੰਦੇ। ਮੁਗਲ ਜਿਹੜੇ ਸਨ ਇਸ ਤਰ੍ਹਾਂ ਦੇ ਪਾਪ ਕਰਮ ਕਰਨ ਲੱਗ ਪਏ ਸਨ। ਕਰਹਿ ਸੰਘਾਰ ਨਾ ਜੀਵਤ ਸ਼ੋਰ ਹੈ। ਆਪਣੇ ਵਿਰੋਧੀ ਨੂੰ ਜਿਉਂਦਾ ਨਹੀਂ ਸੀ ਛੱਡਦੇ। ਜਿਹੜਾ ਤਾਂ ਉਹਨਾਂ ਦੀਆਂ ਚਪੜੀਆਂ ਚੱਟੀ ਜਾਵੇ, ਉਹਨਾਂ ਦੇ ਤਲਵੇ ਚੱਟੇ, ਗੁਲਾਮ ਬਣਿਆ, ਚਮਚਾਗਿਰੀ ਕਰੇ, ਉਹਨੂੰ ਤਾਂ ਰੱਖਦੇ ਸੀ ਆਪਣੇ ਨਾਲ ਲਾ ਕੇ, ਕੰਮ ਪੂਰਾ ਲੈਂਦੇ ਸੀ, ਮੁਹਿੰਮਾਂ ਦੇ ਭੇਜਦੇ ਸੀ, ਲੜਾਈਆਂ ਦੇ ਵਿੱਚ ਹਿੰਦੂ ਰਾਜਿਆਂ ਨੂੰ ਅੱਗੇ ਭੇਜਦੇ ਸੀ, ਆਪ ਪਿੱਛੇ ਰਹਿੰਦੇ ਸੀ ਵੀ ਜੇ ਮਰਨਗੇ ਤਾਂ ਪਹਿਲਾਂ ਹਿੰਦੂ ਮਰਨਗੇ। ਇਸ ਤਰ੍ਹਾਂ ਸਾਧ ਸੰਗਤ ਜੀ ਹਿੰਦੂਆਂ ਨੂੰ ਗੁਲਾਮ ਬਣਾ ਕੇ ਮੁਗਲਾਂ ਨੇ ਰੱਖਿਆ ਹੋਇਆ ਸੀ। ਹੋਏ ਮਵਾਸ ਚੜ੍ਹ ਤਿਸ ਕੋ ਤੋਰਹਿ ਹੈ। ਜੇ ਕੋਈ ਹਿੰਦੂ ਰਾਜਾ ਕੋਈ ਟਾਵਾਂ, ਜਿਵੇਂ ਮਹਾਰਾਣਾ ਪ੍ਰਤਾਪ ਸਿੰਘ ਜੀ ਹੋਏ ਨੇ, ਉਹਨਾਂ ਨੇ ਕਹਿੰਦੇ ਆ ਵੀ ਅਕਬਰ ਬਾਦਸ਼ਾਹ ਦੀ ਈਨ ਨਹੀਂ ਮੰਨੀ। ਮਹਾਰਾਣਾ ਪ੍ਰਤਾਪ ਨੇ, ਚਿਤੌੜ ਦਾ ਰਾਜਾ ਹੋਇਆ, ਉਦੈਪੁਰ ਵੀ ਉਹਨੇ ਵਸਾਇਆ, ਉਹਨੇ ਨਹੀਂ ਈਨ ਮੰਨੀ। ਸਾਰੀ ਉਮਰ ਲੜਦਾ ਰਿਹਾ ਮੁਗਲਾਂ ਨਾਲੋਂ, ਸੂਰਮਾ ਸੀਗਾ। ਇਹੋ ਜਿਹੇ ਬੰਦੇ ਨੂੰ ਸੁਖੀ ਨਹੀਂ ਸੀ ਰਹਿਣ ਦਿੰਦੇ। ਜੇ ਕੋਈ ਮਾੜਾ ਮੋਟਾ ਵੀ ਬਾਗੀ ਹੋਵੇ, ਉਹਦੇ ਤੇ ਹਮਲਾ ਕਰਕੇ ਉਹਦਾ ਘਰ-ਬਾਰ ਲੁੱਟ ਕੇ ਬਰਬਾਦ ਕਰ ਦਿੰਦੇ ਸਨ ਉਹਨੂੰ। ਸੈਨਾ ਕੋਸ਼ ਦੁਰਗ ਵੱਡ ਭਾਰੇ। ਤੇ ਇਹਨਾਂ ਕੋਲ ਬੜੀ ਵੱਡੀ ਫੌਜ ਸੀ, 22 ਲੱਖ ਫੌਜ ਘੋੜਸਵਾਰ ਮੰਨੀ ਹੈ ਕਹਿੰਦੇ ਮੁਗਲਾਂ ਕੋਲ ਉਸ ਵੇਲੇ। 10,000 ਵੱਡੀਆਂ ਤੋਪਾਂ ਕਿਲੇ ਭੰਨਣ ਵਾਲੀਆਂ ਤੇ 50,000 ਛੋਟੀਆਂ ਤੋਪਾਂ ਜੰਗ ਦੇ 'ਚ ਵਰਤੋਂ ਕਰਨ ਵਾਲੀਆਂ। ਤੇ ਸਾਧ ਸੰਗਤ ਜੀ ਹਾਥੀਆਂ, ਘੋੜਿਆਂ ਦਾ, ਬਾਕੀ ਸ਼ਸਤਰਾਂ ਦਾ, ਕਿਲਿਆਂ ਦਾ, ਖਜ਼ਾਨਿਆਂ ਦਾ ਕੋਈ ਹਿਸਾਬ ਹੀ ਨਹੀਂ ਸੀ। ਦੁਨੀਆ ਦੀ ਸਭ ਤੋਂ ਵੱਡੀ ਤਾਕਤ ਜਿਵੇਂ ਅੱਜ ਕੱਲ੍ਹ ਅਮਰੀਕਾ ਹੈ, ਉਸ ਵੇਲੇ ਸਾਧ ਸੰਗਤ ਜੀ ਹਿੰਦੁਸਤਾਨ ਹੋਇਆ ਕਰਦਾ ਸੀ ਤੇ ਉਹਦੇ ਵਿੱਚ ਮੁਗਲਾਂ ਦਾ ਬੋਲਬਾਲਾ ਸੀ। ਜਿਨ ਕੋ ਪਈਅਤ ਨਹੀਂ ਸ਼ਮਾਰੇ।
ਕਹਿੰਦੇ ਗਿਣਤੀ ਨਹੀਂ ਸੀ ਹੋ ਸਕਦੀ, ਸ਼ੁਮਾਰ ਨਹੀਂ ਸੀ ਹੋ ਸਕਦਾ। ਸਭ ਦੇਸ਼ਨ ਕੋ ਦਰਬ ਬਿਸਾਲਾ, ਸਾਰੇ ਦੇਸ਼ਾਂ ਦਾ ਧਨ ਪਦਾਰਥ ਦਿੱਲੀ ਆਨ ਪਰ ਹੈ ਨਰਹਾਲਾ। ਕਹਿੰਦੇ ਸਾਰੇ ਹਿੰਦੁਸਤਾਨ ਦੇ ਰਾਜੇ, ਨਵਾਬ, ਚੌਧਰੀ, ਹਿੰਦੂ, ਮੁਸਲਮਾਨ, ਗਰੀਬ, ਅਮੀਰ ਦਿੱਲੀ ਆ ਕੇ ਟੈਕਸ ਭਰਦੇ ਸਨ। ਸਾਰੇ ਸੂਬਿਆਂ ਦਾ ਟੈਕਸ ਜਿਹੜਾ ਸੀ, ਪੰਜਾਬ ਦਾ, ਜੰਮੂ ਕਸ਼ਮੀਰ ਦਾ, ਸੂਬਾ ਮੁਲਤਾਨ, ਸੂਬਾ ਲਾਹੌਰ, ਸੂਬਾ ਪਿਸ਼ਾਵਰ, ਸੂਬਾ ਜਲੰਧਰ, ਸੂਬਾ ਸਰਹੰਦ, ਸੂਬਾ ਸਹਾਰਨਪੁਰ, ਸੂਬਾ ਦਿੱਲੀ, ਸੂਬਾ ਅਵਧ, ਸੂਬਾ ਬੰਗਾਲ, ਸੂਬਾ ਦੱਖਣ, ਸਾਰੇ ਸੂਬਿਆਂ ਦੀਆਂ ਜਿੰਨੀ ਵੀ ਟੈਕਸ ਦੀ ਮਾਇਆ ਸੀ ਉਹ ਸਾਰੀ ਬਾਦਸ਼ਾਹ ਕੋਲ ਪਹੁੰਚਦੀ ਸੀ ਦਿੱਲੀ। ਵੀਰ ਸ਼ਸਤਰਧਾਰੀ ਮਹਿਪਾਲਾ, ਔਰ ਬੜੇ ਬੜੇ ਵੀਰ ਯੋਧੇ ਸ਼ਸਤਰਧਾਰੀ ਰਾਜੇ ਜੇ ਰਾਜਪੂਤ ਕਹਾਏ ਬਿਸਾਲਾ, ਆਪਣੇ ਆਪ ਨੂੰ ਰਾਜਪੂਤ ਕਹਾਉਂਦੇ ਸਨ, ਜਿਹੜੇ ਤਿਨ ਕੀ ਭਈ ਦਸ਼ਾ ਜਬ ਐਸੇ। ਜਦੋਂ ਉਹਨਾਂ ਦੀ ਐਸੀ ਦਸ਼ਾ ਹੋ ਗਈ, ਉਹਨਾਂ ਦੀ ਅਣਖ ਆਕੜ ਭੰਨ ਦਿੱਤੀ, ਮੁਗਲਾਂ ਨੇ ਆਪਣੇ ਗੁਲਾਮ ਬਣਾ ਲਿਆ ਹਿੰਦੂ ਰਾਜਿਆਂ ਨੂੰ। ਸਤਾ ਦੇਨ ਲੋ ਬਰਨੀ ਜੈਸੇ, ਜਦੋਂ ਆਪਣੀ ਧੀਆਂ ਦੇ ਡੋਲੇ ਦੇਣ ਲੱਗ ਪਏ, ਉਸ ਤੋਂ ਬਾਅਦ ਕਿ ਤਾਂ ਹੋਰ ਕੀ ਦਸ਼ਾ ਹੋਣੀ ਹੈ, ਇਸ ਤੋਂ ਭੈੜੀ ਦੁਰਦਸ਼ਾ। ਜਦੋਂ ਆਪਣੀਆਂ ਧੀਆਂ ਜਵਾਨ ਪਿਆਰ ਨਾਲ ਪਾਲੀਆਂ ਜੰਮੀਆਂ ਤੇ ਮੁਗਲਾਂ ਦੇ ਘਰ 'ਚ ਵਿਆਹਣੀਆਂ ਪੈਂਦੀਆਂ ਸਨ ਉਹਨਾਂ ਨੂੰ। ਅਪਰ ਹਿੰਦੂਆਂ ਕੀ ਕਿਆ ਗਲਤੀ, ਜਦੋਂ ਰਾਜਿਆਂ ਦਾ ਇਹ ਹਾਲ ਸੀ ਤੇ ਬਾਕੀ ਗਰੀਬ ਹਿੰਦੂਆਂ ਦਾ ਕੀ ਹਾਲ ਹੋਵੇਗਾ। ਗਰੀਬ ਹਿੰਦੂਆਂ ਦੇ ਬਾਰੇ ਤਾਂ ਇਹਨਾਂ ਨੇ ਆਪਣੀਆਂ ਕਿਤਾਬਾਂ 'ਚ ਲਿਖਿਆ ਹੋਇਆ ਹੈ, ਮੁਸਲਮਾਨਾਂ ਨੇ, ਮੁਗਲਾਂ ਨੇ, ਕਾਜ਼ੀਆਂ ਮੁਲਾਣਿਆਂ ਨੇ, ਵੀ ਜੇ ਮੁਸਲਮਾਨ ਥੁੱਕਣਾ ਚਾਹੇ, ਹਿੰਦੂ ਨੂੰ ਆਪਣਾ ਮੂੰਹ ਖੋਲ ਦੇਣਾ ਚਾਹੀਦਾ ਵੀ ਮੇਰੇ ਮੂੰਹ 'ਚ ਥੁੱਕ ਲੈ। ਇੱਥੋਂ ਤੱਕ ਗੱਲਾਂ ਲਿਖੀਆਂ ਇਹਨਾਂ ਨੇ ਤੇ ਇੱਥੋਂ ਤਾਂ ਕਰਦੇ ਵੀ ਸੀਗੇ, ਇਹ ਨਹੀਂ ਵੀ ਕੱਲੀਆਂ ਲਿਖੀਆਂ ਹੋਈਆਂ ਨੇ, ਕਰਦੇ ਸੀ ਇੱਦਾਂ ਜ਼ਬਰਦਸਤੀ ਇੰਨੀ ਕਰਦੇ ਸੀ। ਹਾਂਜੀ, ਤੁਰਕਨ ਅਗਰ ਕਰ ਹੈ ਸਭ ਬਿਨਤੀ, ਤੁਰਕਾਂ ਦੇ ਅੱਗੇ ਹੱਥ ਜੋੜ ਜੋੜ ਕੇ ਮਿੰਨਤਾਂ ਕਰਦੇ, ਖੁਸ਼ਾਮਦਾਂ ਕਰਦੇ ਸੀ ਤੁਰਕਾਂ ਦੀਆਂ। ਛੀਨ ਧਰਮ ਦਿਨ ਪ੍ਰਤ ਵੱਡ ਹੋਵਾ, ਤੇ ਸਾਧ ਸੰਗਤ ਜੀ ਦਿਨੋਂ ਦਿਨ ਧਰਮ ਜਿਹੜਾ ਸੀ ਨਾ ਉਹ ਖਤਮ ਹੁੰਦਾ ਜਾ ਰਿਹਾ ਸੀ। ਜਿਵੇਂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਚਨ ਲਿਖੇ ਨੇ ਨਾ ਕਿ ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ, ਹਉ ਭਾਲ ਵਿਕੁੰਨੀ ਹੋਈ ਅੰਧੇਰਾ ਰਾਹ ਨਾ ਕੋਈ। ਸਾਰੇ ਪਾਸੇ ਹਨੇਰਾ ਛਾ ਗਿਆ। ਸਮਖ ਦੁਸ਼ਟ ਕੇ ਕੋ ਨ ਖਰੋਵਾ, ਉਸ ਦੁਸ਼ਟ ਬਾਦਸ਼ਾਹ ਸ਼ਾਹਜਹਾਨ ਦੇ ਮੁਗਲਾਂ ਦੇ ਸਾਹਮਣੇ ਕੋਈ ਖੜ ਨਹੀਂ ਸਕਿਆ, ਕੋਈ ਆਕੜ ਨਹੀਂ ਸਕਿਆ, ਕੋਈ ਉਸ ਮੁਗਲ ਬਾਦਸ਼ਾਹ ਨੂੰ ਚੈਲੰਜ ਨਹੀਂ ਕਰ ਸਕਿਆ ਸਿਵਾਏ 6ਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ 4 ਜੰਗਾਂ ਲੜੀਆਂ ਉਹਦੇ ਨਾਲ, ਉਹਦੀ ਧੌਣ ਭੰਨੀ, ਬਾਕੀ ਕਿਸੇ ਨੂੰ ਉਹਨੇ ਸਮਝਿਆ ਕੁਛ ਨਹੀਂ। ਉਹਨੇ ਮੁਗਲਾਂ ਦੇ ਬਾਦਸ਼ਾਹ ਸ਼ਾਹਜਹਾਨ ਨੇ 6ਵੇਂ ਪਾਤਸ਼ਾਹ ਤੋਂ ਬਿਨਾਂ ਕਿਸੇ ਨੂੰ ਵੀ ਉਹਨੇ ਆਕੜ ਨਹੀਂ ਦਿੱਤਾ, ਸਭ ਨੂੰ ਨਵਾ ਲਿਆ। ਇੱਕ ਗੁਰੂ ਹਰਗੋਬਿੰਦ ਸਾਹਿਬ ਅੱਗੇ ਉਹਦੀ ਧੌਣ ਝੁਕ ਗਈ। 4 ਜੰਗਾਂ 'ਚ ਮਹਾਰਾਜ ਨੇ ਉਹਦੀਆਂ ਫੌਜਾਂ ਤਬਾਹ ਕਰਤੀਆਂ, ਫਨਾਹ ਕਰਤੀਆਂ। ਇਸ ਕਰਕੇ ਇੱਕ ਸਤਿਗੁਰੂ ਦਾ ਘਰ ਸੀ ਜਿਹੜਾ ਮੁਗਲਾਂ ਤੋਂ ਭੈ ਨਹੀਂ ਸੀ ਮੰਨਦਾ, ਬਾਕੀ ਸਾਰੇ ਉਹਨਾਂ ਦੀ ਛਿਆਨੀ ਭਰਦੇ ਸਨ। ਰਾਜ ਕਰਿਓ ਚਿਰਕਾਲ ਬਿਸਾਲਾ, ਇਸ ਸ਼ਾਹਜਹਾਨ ਨੇ ਲੰਮਾ ਸਮਾਂ ਹਿੰਦੁਸਤਾਨ ਤੇ ਰਾਜ ਕੀਤਾ ਹੈ। ਬਲੀ ਭਇਓ ਪੂਰਬ ਤਪ ਕਾਲਾ, ਇਹ ਕਹਿੰਦੇ 30-32 ਸਾਲ, ਲਗਭਗ 28 ਸਾਲ ਹਿੰਦੁਸਤਾਨ ਦਾ ਬਾਦਸ਼ਾਹ ਰਿਹਾ। ਕੋਈ ਇਹਦਾ ਪੂਰਬਲਾ ਤਪ ਹੀ ਸੀਗਾ, ਕਿਉਂਕਿ ਜਿਹੜੇ ਬੰਦੇ ਨੇ ਕੋਈ ਤਪ ਕੀਤਾ ਹੁੰਦਾ ਉਹਨੂੰ ਰਾਜ ਮਿਲਦਾ। ਜਦੋਂ ਰਾਜ ਮਿਲਦਾ ਤੇ ਉਹ ਪਾਪ ਕਰਦਾ, ਫਿਰ ਉਹ ਨਰਕਾਂ 'ਚ ਜਾਂਦਾ। ਤਪੋਂ ਰਾਜ ਤੇ ਰਾਜੋਂ ਨਰਕ। ਸੋ ਇਹਨੇ ਤਪ ਬਹੁਤ ਕੀਤਾ ਹੋਣਾ ਸ਼ਾਹਜਹਾਨ ਨੇ, ਇਸੇ ਕਰਕੇ ਹਿੰਦੁਸਤਾਨ ਤੇ ਬਹੁਤ ਵੱਡਾ ਰਾਜ ਕੀਤਾ ਇਸਨੇ। ਜੇਠੋ ਨੰਦਨ ਦਾਰ ਸ਼ਿਕੋਹਾ, ਇਹਦਾ ਵੱਡਾ ਪੁੱਤਰ ਸੀ ਦਾਰਾ ਸ਼ਿਕੋ। ਸ਼ਾਹ ਜਹਾਂ ਕੋ ਤਿਹ ਸੰਗ ਮੋਹਾ, ਸ਼ਾਹਜਹਾਨ ਇਹਨੂੰ ਬਹੁਤ ਪਿਆਰ ਕਰਦਾ ਸੀ। ਜਿਹੜਾ ਦਿੱਲੀ ਦਾ ਲਾਲ ਕਿਲ੍ਹਾ ਹੈ ਇਹ ਵੀ ਦਾਰਾ ਸ਼ਿਕੋ ਨੇ ਬਣਵਾਇਆ ਸੀ। ਤੇ ਸ਼ਾਹਜਹਾਨ ਬਾਦਸ਼ਾਹ ਨੂੰ ਜਦੋਂ ਬੁਲਾਇਆ ਸੀ ਵੀ ਪਿਤਾ ਜੀ ਆ ਕੇ ਦੇਖੋ, ਤੇ ਬੜਾ ਵੱਡਾ ਸਮਾਗਮ ਦਿੱਲੀ 'ਚ ਕੀਤਾ ਸੀ, ਬੜੇ ਬੜੇ ਵੱਡੇ ਜਲੂਸ ਕੱਢੇ ਸਨ। ਤੇ ਸ਼ਾਹਜਹਾਨ ਨੇ ਜਦੋਂ ਕਿਲ੍ਹਾ ਵੇਖਿਆ ਸੀ ਉਹਦਾ ਇਹਦੇ ਨਾਲ ਬਹੁਤ ਪ੍ਰੇਮ ਪੈ ਗਿਆ ਸੀ। ਵੈਸੇ ਤਾਂ ਹਰ ਪਿਓ ਦਾ ਆਪਣੇ ਪੁੱਤਰ ਨਾਲ, ਵੱਡੇ ਨਾਲ ਪ੍ਰੇਮ ਹੁੰਦਾ ਹੀ ਹੈ, ਪਰ ਇਹਦੇ ਕੰਮ ਵੀ ਜਿਹੜੇ ਸਨ ਬੜੇ ਵਧੀਆ ਸਨ ਦਾਰਾ ਸ਼ਿਕੋ ਦੇ। ਜਾਣਿਓ ਨੇਕ ਨਿਕਟ ਸੋ ਰਾਖਾ, ਇਹ ਹੈ ਵੀ ਨੇਕ ਬੰਦਾ ਸੀ, ਸਾਫ਼ ਦਿਲ ਬੰਦਾ ਸੀ, ਝੂਠ ਨਹੀਂ ਸੀ ਬੋਲਦਾ, ਕੋਈ ਝੂਠੀਆਂ ਚਾਲਾਂ ਨਹੀਂ ਸੀ ਚੱਲਦਾ ਤੇ ਲੋਕਾਂ ਦਾ ਭਲਾ ਮੰਗਦਾ ਸੀਗਾ।
ਇਸ ਕਰਕੇ ਸ਼ਾਹਜਹਾਨ ਬਾਦਸ਼ਾਹ ਨੇ ਆਪਣੇ ਵੱਡੇ ਪੁੱਤਰ ਨੂੰ ਆਪਣੇ ਕੋਲ ਰੱਖਿਆ। ਤਖਤ ਬਿਠਾਵੋ ਇਸ ਅਭਿਲਾਖਾ, ਇਹ ਮੇਰਾ ਵੱਡਾ ਪੁੱਤਰ ਹਿੰਦੁਸਤਾਨ ਦਾ ਬਾਦਸ਼ਾਹ ਬਣੇਗਾ, ਮੈਂ ਇਹਨੂੰ ਤਖਤ ਦੇ ਕੇ ਜਾਵਾਂਗਾ। ਇਹ ਮਨ ਵਿੱਚ ਸੋਚ ਲਿਆ ਸ਼ਾਹਜਹਾਨ ਬਾਦਸ਼ਾਹ ਨੇ। ਵਲੀਅਹਦ ਕੀਨਸ ਤਿਸ ਤਾਈ, ਉਹਨੂੰ ਵਲੀਅਹਦ ਕਹਿੰਦਾ। ਵਲੀਅਹਦ ਦਾ ਮਤਲਬ ਹੁੰਦਾ ਵੀ ਅਚਾਨਕ ਬਾਦਸ਼ਾਹ ਦੀ ਮੌਤ ਹੋ ਜਾਵੇ ਤਾਂ ਇਹ ਵਲੀਅਹਦ ਗੱਦੀ ਸਾਂਭ ਲਵੇ, ਪੁੱਤਰ ਰਾਜਾ ਬਣ ਜਾਵੇ। ਹਾਂਜੀ, ਸ਼ੁਭ ਗੁਣ ਪੂਰਨ ਉਚਿਤ ਵਡਾਈ, ਸੋ ਵਲੀਅਹਦ ਵੱਡਾ ਪੁੱਤਰ ਬਣਾ ਦਿੱਤਾ, ਸਾਰੇ ਗੁਣਾਂ ਦੇ ਨਾਲ ਜੋ ਭਰਪੂਰ ਸੀ। ਦੁਤੀਏ ਪੁੱਤਰ ਤਿਸ ਤੇ ਲਗ ਜਾਣਾ, ਉਸ ਤੋਂ ਦੂਜੇ ਪੁੱਤਰ ਜਿਹੜਾ ਛੋਟਾ ਸੀਗਾ, ਨਾਮ ਮੁਹੰਮਦ ਸੋ ਜਹ ਬਖਾਨਾ, ਉਹਨੂੰ ਸੁਜਾ ਮੁਹੰਮਦ ਕਹਿੰਦੇ ਨੇ। ਵੱਡਾ ਦਾਰਾ ਸ਼ਿਕੋ ਸੀ ਤੇ ਦੂਜੇ ਨੰਬਰ ਦਾ ਸੁਜਾ ਮੁਹੰਮਦ ਸੀ। ਤਿਸ ਕੋ ਦੇਸ਼ ਅਸ਼ੇਸ਼ ਮੰਗਾਲਾ, ਉਹਨੂੰ ਬੰਗਾਲ ਦੀ ਸੂਬੇਦਾਰੀ ਦਿੱਤੀ। ਜਿਹੜਾ ਸੁਜਾ ਮੁਹੰਮਦ ਸੀ ਉਹਨੂੰ ਬੰਗਾਲ ਦਾ ਗਵਰਨਰ, ਬੰਗਾਲ ਦਾ ਸੂਬੇਦਾਰ, ਬੰਗਲਾਦੇਸ਼ ਤੱਕ ਦਾ ਜਿਹੜਾ ਇਲਾਕਾ ਇੱਕੋ ਹੁੰਦਾ ਸੀ। ਇਹਦਾ ਹੁਣ ਕੋਈ ਸਮਾਂ ਜਦੋਂ ਬਣਿਆ ਬੰਗਲਾਦੇਸ਼ ਵੱਖਰਾ ਹੋਇਆ, ਪਹਿਲਾਂ ਬੰਗਲਾਦੇਸ਼ ਵੀ ਮੁਗਲਾਂ ਦੇ ਤਾਬੇ ਸੀਗਾ। ਹਾਂਜੀ, ਦੀਨ ਪਠਾਏ ਕੀਨ ਮਹਿਪਾਲਾ, ਕਹਿੰਦੇ ਬੰਗਲਾਦੇਸ਼ ਦਾ ਰਾਜ ਸੁਜਾ ਮੁਹੰਮਦ ਨੂੰ ਬਾਦਸ਼ਾਹ ਸ਼ਾਹਜਹਾਨ ਨੇ ਦਿੱਤਾ ਸੀ। ਪੁੱਤਰ ਤੀਸਰੋ ਹੋਤੋ ਨਰੰਗਾ, ਤੀਜਾ ਪੁੱਤਰ ਸੀ ਨਰੰਗਾ, ਜਿਹਨੂੰ ਔਰੰਗਜ਼ੇਬ ਕਹਿੰਦੇ ਆ। ਆਪਾਂ ਉਹਨੂੰ ਨਰੰਗਾ ਕਹਿੰਦੇ, ਖਾਲਸੇ ਦੀ ਬੋਲੀ 'ਚ ਨਰੰਗਾ ਹੀ ਆਉਂਦਾ। ਤੇ ਉਹ ਔਰੰਗਜ਼ੇਬ ਜਿਹੜਾ ਸੀ ਨਰੰਗਾ, ਉਹ ਤੀਜਾ ਪੁੱਤਰ ਸੀ ਸ਼ਾਹਜਹਾਨ ਦਾ। ਦੁਰਮਤ ਲਖਾ ਸ਼ਾਹ ਮਨ ਭੰਗਾ, ਇਹ ਬੜਾ ਖੋਟੀ ਬਿਰਤੀ ਵਾਲਾ ਸੀ, ਬੜਾ ਜ਼ਾਲਮ ਇਨਸਾਨ ਸੀ। ਉੱਤੋਂ ਬੜਾ 5 ਨਮਾਜ਼ਾਂ ਪੜ੍ਹਨ ਵਾਲਾ, ਕੁਰਾਨ ਦੀ ਤਲਾਵਤ ਕਰਨ ਵਾਲਾ, ਪਰ ਦਿਲ ਦਾ ਬੜਾ ਖੋਟਾ ਬੇਈਮਾਨ ਆਦਮੀ ਸੀ। ਤਿਸ ਕੋ ਦੀਨਸ ਦੱਖਣ ਦੇਸ਼, ਇਹਨੂੰ ਬਾਦਸ਼ਾਹ ਸ਼ਾਹਜਹਾਨ ਨੇ ਦੱਖਣ ਦੀ ਸੂਬੇਦਾਰੀ ਦਿੱਤੀ। ਦੱਖਣ ਹੈਦਰਾਬਾਦ, ਔਰੰਗਜ਼ੇਬ ਨੇ ਔਰੰਗਾਬਾਦ ਵੀ ਉੱਥੇ ਵਸਾਇਆ ਹੈ। ਉਸ ਇਲਾਕੇ ਜਿੱਧਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਇਲਾਕਾ ਹੈ, ਉਧਰ ਦੀ ਜਿਹੜੀ ਸੂਬੇਦਾਰੀ, ਉਧਰ ਦਾ ਪ੍ਰਬੰਧ ਔਰੰਗਜ਼ੇਬ ਨੂੰ ਦਿੱਤਾ ਸੀ। ਤਹਾਂ ਪਹੁੰਚ ਕਰ ਬਨਿਓ ਨਰੇਸ਼, ਉੱਥੇ ਬਣ ਕੇ ਜਾ ਕੇ ਔਰੰਗਜ਼ੇਬ ਉੱਥੋਂ ਦਾ ਰਾਜਾ ਬਣ ਗਿਆ। ਉੱਥੇ ਉਹਨੇ ਚੰਗਾ ਆਪਣੇ ਵੱਲੋਂ ਪ੍ਰਬੰਧ ਚਲਾਉਣ ਦੀ ਕੋਸ਼ਿਸ਼ ਕੀਤੀ ਵੀ ਮੈਂ ਇੱਥੇ ਆਪਣੇ ਪੈਰ ਪੱਕੇ ਕਰ ਲਵਾਂ, ਫਿਰ ਮੈਂ ਦਿੱਲੀ ਦਾ ਬਾਦਸ਼ਾਹ ਬਣ ਜਾਵਾਂਗਾ। ਹਾਂਜੀ, ਚਤੁਰਥ ਸ਼ਾਹ ਜਹਾ ਕੋ ਟੋਟਾ, ਤੇ ਬਾਦਸ਼ਾਹ ਸ਼ਾਹਜਹਾਨ ਦਾ ਜਿਹੜਾ ਚੌਥਾ ਪੁੱਤਰ ਸੀ, ਨਾਮ ਮੁਰਾਦ ਬਖਸ਼ ਸੋ ਛੋਟਾ, ਉਹਦਾ ਨਾਮ ਮੁਰਾਦ ਬਖਸ਼ ਸੀ, ਸਾਰਿਆਂ ਤੋਂ ਛੋਟਾ ਸੀ ਉਹ। ਦਿਓ ਦੇਸ਼ ਇਸ ਕੋ ਗੁਜਰਾਤ, ਉਹਨੂੰ ਗੁਜਰਾਤ ਦਾ ਇਲਾਕਾ, ਕਾਠੀਆਵਾਦ ਦਾ ਇਲਾਕਾ ਹੈ, ਬੜੌਦੇ ਦਾ ਇਲਾਕਾ ਹੈ, ਅਹਿਮਦਾਬਾਦ ਹੈ, ਇਹ ਜਿਹੜਾ ਸਾਰਾ ਪ੍ਰਬੰਧ ਸੀਗਾ ਉਹ ਮੁਰਾਦ ਬਖਸ਼ ਨੂੰ ਦਿੱਤਾ। ਹੁਣ 4 ਪੁੱਤਰ ਨੇ। ਵੱਡਾ ਦਾਰਾ ਸ਼ਿਕੋ ਹੈ, ਉਹਨੂੰ ਦਿੱਲੀ ਆਗਰੇ ਆਪਣੇ ਕੋਲ ਰੱਖਦਾ ਸੀ ਬਾਦਸ਼ਾਹ। ਦੂਸਰਾ ਸੁਜਾ ਮੁਹੰਮਦ ਸੀ, ਉਸ ਨੂੰ ਬੰਗਲਾਦੇਸ਼ ਜਿਹੜਾ ਪੂਰਬ ਦਾ ਇਲਾਕਾ ਹੈ, ਈਸਟ ਦਾ ਇਲਾਕਾ ਹੈ, ਉਹ ਦਿੱਤਾ ਹੋਇਆ ਸੀਗਾ। ਔਰੰਗਜ਼ੇਬ ਨੂੰ ਸਾਊਥ ਦਾ ਸਾਰਾ ਇਲਾਕਾ ਦਿੱਤਾ ਹੋਇਆ ਸੀ ਤੇ ਮੁਰਾਦ ਬਖਸ਼ ਨੂੰ ਗੁਜਰਾਤ ਦਾ ਇਲਾਕਾ ਦਿੱਤਾ ਸੀ। ਕੀਨਸ ਰਾਜ ਤਹਾਂ ਬਖਿਆਤ, ਉੱਥੇ ਰਾਜ ਕਰਦੇ ਸਨ ਆਪਣੇ ਆਪਣੇ ਇਲਾਕਿਆਂ ਵਿੱਚ। ਤੇ ਸਾਧ ਸੰਗਤ ਜੀ, ਉਸ ਵੇਲੇ ਔਰੰਗਜ਼ੇਬ ਨੂੰ ਪਤਾ ਲੱਗ ਗਿਆ ਵੀ ਮੇਰਾ ਪਿਓ ਤਾਂ ਮੈਨੂੰ ਕੁਛ ਨਹੀਂ ਦੇਵੇਗਾ, ਰਾਜ ਤਾਂ ਮੇਰੇ ਵੱਡੇ ਭਰਾ ਨੇ ਲੈ ਜਾਣਾ। ਉਹਨੇ ਆਪਣੇ ਵੱਡੇ ਭਰਾ ਨੂੰ ਮਾਰਨ ਵਾਸਤੇ ਸਾਜ਼ਿਸ਼ਾਂ ਸ਼ੁਰੂ ਕੀਤੀਆਂ। ਕੁਝ ਗੱਲਾਂ ਆਪਾਂ ਸੁਣ ਚੁੱਕੇ ਹਾਂ ਵੀ ਕਿਵੇਂ ਸ਼ੇਰ ਦੀ ਮੁੱਛ ਦੇ ਵਾਲ ਚਾਵਲਾਂ 'ਚ ਮਿਲਾ ਕੇ ਖਵਾ ਦਿੱਤੇ ਧੋਖੇ ਨਾਲ, ਪਰ ਫਿਰ ਵੀ ਗੁਰੂ ਹਰਿਰਾਏ ਸਾਹਿਬ ਦੀ ਕਿਰਪਾ ਨਾਲ ਦਾਰਾ ਸ਼ਿਕੋ ਬਚ ਗਿਆ ਸੀਗਾ। ਪਰ ਉਹਨੇ ਉਸ ਤੋਂ ਬਾਅਦ ਫਿਰ ਕੋਈ ਚਾਲਾਂ ਚੱਲੀਆਂ, ਕਿੱਦਾਂ ਦਿੱਲੀ ਦਾ ਤਖਤ ਉਲਟਾ ਪਲਟਾ ਹੋਇਆ, ਬਹੁਤ ਕੁਝ ਹੋਇਆ, ਬੜੇ ਜੰਗ ਹੋਏ ਭਰਾਵਾਂ ਦੇ ਵਿੱਚ। ਕਰਾ ਰਿਹਾ ਸੀ ਔਰੰਗਜ਼ੇਬ, ਤੇ ਔਰੰਗਜ਼ੇਬ ਦੇ ਪਿੱਛੇ ਉਹ ਕੱਟੜ ਮੁਤੱਸਬੀ ਮੁਸਲਮਾਨ ਸੋਚ ਸੀ, ਜਿਹੜੇ ਕਹਿੰਦੇ ਸੀ ਸਾਰੀ ਦੁਨੀਆ ਤੇ ਇਸਲਾਮ ਦਾ ਹੀ ਝੰਡਾ ਰਹਿਣ ਦੇਣਾ, ਦੂਸਰੀ ਕੋਈ ਕੌਮ, ਹਿੰਦੂ ਜਾਂ ਕੋਈ ਜੈਨੀ, ਬੋਧੀ, ਸਿੱਖ, ਈਸਾਈ ਨਹੀਂ ਰਹਿਣ ਦੇਣੇ। ਉਹ ਸੋਚ ਦੇ ਬੰਦੇ ਜਿਹੜੇ ਸੀ ਦਿੱਲੀ ਦੇ ਤਖਤ 'ਤੇ ਕਬਜ਼ਾ ਕਰਨਗੇ ਤੇ ਗੁਰੂ ਹਰਿਰਾਏ ਸਾਹਿਬ ਜੀ ਦੇ ਨਾਲ ਵਿਗਾੜ ਪਏਗਾ। ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ।